ਧਾਰਨੀ ਸਾਹਿਬ, ਅਕਾਲੀ ਦਲ ਕਿਵੇਂ ਦੇਖ ਰਿਹਾ ਇਸ ਨੂੰ? ਅਕਾਲੀ ਦਲ ਨੂੰ ਲੱਗਦਾ ਕਿ ਮਤਲਬ ਜਿਹੜੀ ਡਿਮਾਂਡ ਕੀਤੀ ਗਈ ਹੈ ਥੋੜੀ ਲੇਟ ਕਰ ਦਿੱਤੀ ਗਈ, ਕੁਝ ਦਿਨ ਦੇਰ ਹੋ ਗਿਆ, ਜਾਂ ਫਿਰ ਇਸ ਤੋਂ ਪਹਿਲਾਂ ਹੋ ਜਾਣੀ ਚਾਹੀਦੀ ਸੀ? ਔਰ ਸਰਪਲਸ ਤੁਸੀਂ ਬਹੁਤ ਜ਼ਿਕਰ ਕਰਦੇ ਸੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਕਿ ਸਟੇਟ ਸਰਪਲਸ ਹੋ ਗਈ, ਪਰ ਹਰ ਵਾਰੀ ਡਿਮਾਂਡ ਤੇ ਸਪਲਾਈ ਦੇ ਵਿਚਾਲੇ ਕੋਈ ਨਾ ਕੋਈ ਗੈਪ ਰਹਿ ਹੀ ਜਾਂਦਾ। ਬਿਲਕੁਲ ਗੌਰਵ, ਅਸੀਂ ਇਹ ਨਹੀਂ ਸੀ ਕਹਿੰਦੇ ਹੈਗੇ ਕਿ ਅਸੀਂ ਇਹ ਕਹਿੰਦੇ ਸੀ ਕਿ ਹਰ ਸਾਲ ਸਾਨੂੰ ਸਰਪਲਸ ਬਿਜਲੀ ਕਰਨ ਲਈ ਸਾਨੂੰ ਉਸ ਮੁਤਾਬਕ ਜਿਹੜਾ ਹੈਗਾ ਪਹਿਲਾ ਪ੍ਰਬੰਧ ਕਰਕੇ ਚੱਲਣਾ ਪਊਗਾ। ਤੁਸੀਂ ਜਿਹੜੀ ਗੱਲ ਕਰਦੇ ਹੈਗੇ ਕਿ 1000 ਮੈਗਾਵਾਟ ਸਾਨੂੰ ਬਿਜਲੀ ਚਾਹੀਦੀ ਹੈ, 1000 ਮੈਗਾਵਾਟ ਨਹੀਂ, ਸਾਨੂੰ 15,500 ਮੈਗਾਵਾਟ ਬਿਜਲੀ ਚਾਹੀਦੀ ਹੈਗੀ ਆ। ਔਰ ਇਹ 15,500 ਮੈਗਾਵਾਟ ਬਿਜਲੀ ਪੈਦਾ ਕਰਨ ਪੂਰੀ ਕਰਨ ਵਾਸਤੇ ਇਹਨਾਂ ਕੋਲ ਜਿਹੜੀ ਹਾਲੇ ਮੀਟ ਕਰ ਰਹੇ ਹੈਗੇ ਆ, ਇਹ ਜਿਵੇਂ ਜੈਵੰਸ਼ ਜੀ ਨੇ ਕਿਹਾ ਕਿ 7,000 ਮੈਗਾਵਾਟ, 7,000 ਨਹੀਂ 6500 ਮੈਗਾਵਾਟ, ਤੁਸੀਂ ਅੱਜ ਦੀ ਚਿੱਠੀ ਦਾ ਹਵਾਲਾ ਕੱਢ ਕੇ ਦੇਖੋ, 6500 ਮੈਗਾਵਾਟ ਉਹ ਕਰ ਰਹੇ ਹੈਗੇ ਆ। ਹੁਣ ਸਵਾਲ ਇਹ ਹੈਗਾ ਜੀ ਕਿ ਇਹ ਇੱਕ ਡਰਾਮਾ ਕਰਿਆ ਜਾ ਰਿਹਾ, ਮਹਿਜ਼ ਡਰਾਮਾ ਕਰਿਆ ਜਾ ਰਿਹਾ। ਤੁਸੀਂ ਇਹ ਦੇਖੋ ਕਿ 10 ਜੂਨ ਤੋਂ ਜੀਰੀ ਦੀ ਲੁਆਈ ਸ਼ੁਰੂ ਹੋਣੀ ਹੈ। ਅੱਜ ਜਿਹੜੀ ਹੈਗੀ ਆ ਪਤਾ ਨਹੀਂ ਉਹ ਚਿੱਠੀ ਹਾਲੇ ਗਈ ਆ ਜਾਂ ਨਹੀਂ ਗਈ। ਅੱਜ ਇਹਨਾਂ ਵੱਲੋਂ ਕਹਿ ਦਿੱਤਾ ਗਿਆ ਕਿ ਚਿੱਠੀ ਜਿਹੜੀ ਹੈਗੀ ਆ ਪਾਵਰ ਮਿਨਿਸਟਰ ਨੂੰ ਲਿਖੀ ਗਈ ਹੈ ਕਿ ਸਾਨੂੰ 1000 ਐਕਸਟਰਾ ਮੈਗਾਵਾਟ ਜਿਹੜੀ ਹੈਗੀ ਆ ਬਿਜਲੀ ਦਿੱਤੀ ਜਾਵੇ। ਸਵਾਲ ਤਾਂ ਇਹ ਹੈਗਾ ਕਿ ਉਹ ਬਿਜਲੀ ਲੈਣ ਵਾਸਤੇ ਪੈਸੇ ਚਾਹੀਦੇ ਆ ਤੇ ਉਹ ਬਿਜਲੀ ਲੈਣ ਵਾਸਤੇ ਸੈਂਟਰ ਇਹਨਾਂ ਨੂੰ ਦਿੰਦਾ ਜਾਂ ਨਹੀਂ ਦਿੰਦਾ। ਔਰ ਹੁਣ ਤੁਸੀਂ ਇਹ ਦੇਖੋ ਕਿ ਆਪਾਂ ਸਭ ਤੋਂ ਪਹਿਲਾਂ ਸੈਂਟਰ ਸਟੇਟ ਰਿਲੇਸ਼ਨ ਦੀ ਗੱਲ ਕਰ ਲਈਏ। ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਨਿਊਜ਼ਸ ਆਈਆਂ ਵੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਸੈਂਟਰ ਨੇ ਇਹਨਾਂ ਨੂੰ ਕੱਟ ਲਾਏ ਆ, ਜਿਨ੍ਹਾਂ ਦੇ ਵਿੱਚ ਵਿੱਤੀ ਝਟਕੇ ਜਿੰਨੇ ਵੀ ਕਿਤੇ ਜਿਹੜਾ ਹੈਗਾ 18,000 ਕਰੋੜ ਦਾ ਵਿੱਤੀ ਝਟਕਾ ਹੈ, ਕਿਤੇ 8,000 ਕਰੋੜ ਦਾ ਜਿਹੜਾ ਹੈਗਾ 800 ਕਰੋੜ ਦਾ ਵਿੱਤੀ ਝਟਕਾ ਹੈਗਾ। ਔਰ ਦੂਜੀ ਗੱਲ, ਸਟੇਟ ਜਿਹੜੀ ਹੈਗੀ ਆ ਉਹ ਜਦੋਂ ਪਲੈਨਿੰਗ ਕਮੇਟੀ ਦੀ ਮੀਟਿੰਗ ਹੁੰਦੀ ਹੈਗੀ ਆ ਉਹਦੇ ਵਿੱਚ ਜਾਣ ਤੋਂ ਰਿਫਿਊਜ਼ ਕਰ ਦਿੰਦੀ ਹੈਗੀ ਆ। ਇਹ ਕਹਿੰਦੇ ਜੀ ਉੱਥੇ ਫੋਟੋਆਂ ਖਿਚਾਉਣ ਨਹੀਂ ਅਸੀਂ ਜਾਣਾ ਹੈਗਾ, ਅੱਜ ਤਾਂ ਜਾਣਾ ਹੀ ਨਹੀਂ ਕਿਉਂਕਿ ਸਾਨੂੰ ਕੁਝ ਮਿਲਣਾ ਨਹੀਂ। ਹੁਣ ਇਹਨਾਂ ਨੂੰ ਕਿਵੇਂ ਲੱਗਦਾ ਹੈਗਾ ਕਿ ਇਹਨਾਂ ਦੀ ਚਿੱਠੀ ਲਿਖਣ ਤੋਂ ਬਾਅਦ ਇਹ ਜਿਹੜਾ ਹੈਗਾ ਇਹਨਾਂ ਨੂੰ ਸਾਰਾ ਕੁਝ ਮਿਲ ਜੂਗਾ? ਇਹ ਜਿਹੜਾ ਹੈਗਾ ਇੱਕ ਡਰਾਮੇ ਦੀ ਨੀਤੀ ਕਰ ਰਹੇ ਆ। ਔਰ ਡਰਾਮੇ ਦੀ ਨੀਤੀ ਕਦੋਂ ਕਰੀ ਹੈ? ਜਦੋਂ ਪੰਜਾਬ ਦੇ ਵਿੱਚ 1984 ਦੇ ਜਿਹੜਾ ਹਰਮੰਦਰ ਸਾਹਿਬ ਤੇ ਅਟੈਕ ਸੀ, ਉਸ ਟਾਈਮ ਦੇ ਉੱਤੇ ਚਿੱਠੀ ਲਿਖ ਕੇ ਸਾਰੇ ਮੀਡੀਆ ਦਾ ਜਿਹੜਾ ਹੈਗਾ ਸਰਕਲ ਘੁਮਾ ਕੇ ਇਹਨਾਂ ਨੇ ਜਿਹੜਾ ਹੈਗਾ ਰੁੱਖ ਬਿਜਲੀ ਵੱਲ ਨੂੰ ਕਰ ਦਿੱਤਾ ਹੈਗਾ। ਦੂਸਰੀ ਗੱਲ, ਕਮਜ਼ੋਰੀਆਂ ਕਿੱਥੇ ਕਿੱਥੇ ਹੈਗੀਆਂ ਮੈਨੂੰ ਲੱਗਦਾ ਹੈਗਾ ਓਨੈਸਟਲੀ ਕਿ ਤੁਹਾਨੂੰ ਅੱਜ ਜਿਹੜਾ ਹੈਗਾ ਕੋਈ ਇਹਨਾਂ ਦੇ ਆਪਣਾ ਮਹਿਕਮੇ ਦੇ ਵਿੱਚੋਂ PSPCL ਦੇ ਟਰਾਂਸਮਿਸ਼ਨ ਮਹਿਕਮੇ ਦੇ ਵਿੱਚੋਂ ਵੀ ਬਿਠਾਉਣਾ ਚਾਹੀਦਾ ਸੀ, ਜਿਹੜਾ ਕਿ ਦੱਸ ਸਕਦਾ ਕਿ ਸਾਡੇ ਕੋਲ ਟਰਾਂਸਮਿਸ਼ਨ ਦੀ ਕਪੈਸਿਟੀ ਕਿੰਨੀ ਹੈਗੀ ਆ। ਸੋ ਇਹ ਡਰਾਮਾ ਕਰ ਰਹੇ ਹੈਗੇ ਆ। ਔਰ ਦੂਜੀ ਗੱਲ, ਮੈਂ ਰਵਿੰਦਰ ਜੀ ਬੈਠੇ ਜ਼ਰੂਰ ਇਸ ਚੀਜ਼ ਦਾ ਜਵਾਬ ਦੇਣ। ਰਵਿੰਦਰ ਜੀ ਨੇ ਮੇਰੇ ਨਾਲ 20 ਡਿਬੇਟਾਂ ਕਰੀਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਇਹ ਬਾਰ-ਬਾਰ ਕਹਿੰਦੇ ਰਹੇ, ਔਰ ਬਾਰ-ਬਾਰ ਆਮ ਨਹੀਂ ਕਹਿੰਦੇ ਰਹੇ, ਜਿਹਨੂੰ ਕਹਿੰਦੇ ਉਹਨੇ ਪੂਰਾ ਜ਼ੋਰ ਲਾ ਕੇ ਕਹਿੰਦੇ ਰਹੇ ਕਿ ਜਿੱਦਣ ਸਾਡੀ ਸਰਕਾਰ ਬਣ ਗਈ ਉਦਣ ਹੀ ਅਸੀਂ ਬਿਜਲੀ ਸਮਝੌਤੇ ਜਿਹੜੇ ਹੈਗੇ ਆ ਕੈਂਸਲ ਕਰਾਂਗੇ, ਉਹਨਾਂ ਸਾਰਿਆਂ ਨੂੰ ਤੋੜਾਂਗੇ, ਉਹਨਾਂ ਨੂੰ ਘਟਾਵਾਂਗੇ। ਕੀ ਕੋਈ ਬਿਜਲੀ ਸਮਝੌਤਾ ਘੱਟ ਹੋਇਆ? ਕੀ ਕੋਈ ਬਿਜਲੀ ਦੇ ਰੇਟ ਇਹਨਾਂ ਨੇ ਉਹਨਾਂ ਦੇ ਨਾਲ ਘਟਾਏ? ਕੀ ਇਹਨਾਂ ਨੇ ਕੋਈ ਕੇਸ ਪਾਇਆ? ਕੀ ਉਹਨਾਂ ਦੇ ਨਾਲ ਕੋਈ ਸੈਟਲਮੈਂਟ ਕਰਨ ਦੀ ਕੋਸ਼ਿਸ਼ ਕੀਤੀ? ਸੋ ਮਹਿਜ਼ ਡਰਾਮਾ ਜਿਹੜਾ ਕਰਕੇ ਅੱਜ ਸਾਰੇ ਚੈਨਲਾਂ ਦੇ ਉੱਤੇ ਜਿਹੜਾ ਹੈਗਾ ਇਹ ਪਾਵਰ ਦੀ ਜਿਹੜੀ ਹੈਗੀ ਹੈ ਡਿਸਕਸ਼ਨ ਚੱਲ ਰਹੀ ਹੈ। ਚਲੋ ਆਪਾਂ ਜਵਾਬ ਲੈ ਲਈਏ। ਹੁਣ ਆਪਾਂ ਇੱਕ ਜਵਾਬ ਲੈ ਲਈਏ। ਰਵਿੰਦਰ ਜੀ, ਪੁਆਇੰਟ ਨੰਬਰ 1, ਤੁਹਾਡੇ ਵਿਰੋਧੀਆਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਬਿਜਲੀ ਦਾ ਕ੍ਰਾਈਸਿਸ ਹੋਣ ਵਾਲਾ ਹੈ, ਇਸ ਕਰਕੇ ਤੁਸੀਂ ਗੇਂਦ ਪਾਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਪੁਆਇੰਟ ਨੰਬਰ 2 ਕਿ ਤੁਸੀਂ ਲੇਟ ਬਹੁਤ ਕਰ ਦਿੱਤਾ, 4-5 ਦਿਨ ਨੂੰ ਝੋਨੇ ਦੀ ਲੁਆਈ ਸ਼ੁਰੂ ਹੋਣੀ ਹੈ, ਤੁਹਾਨੂੰ ਹੁਣ ਯਾਦ ਆ ਰਿਹਾ ਕਿ ਅਸੀਂ ਸੈਂਟਰ ਨੂੰ ਚਿੱਠੀ ਲਿਖੀਏ। ਇੱਕ ਧਾਰਨੀ ਸਾਹਿਬ ਕਹਿ ਰਹੇ ਸੀਗੇ ਕਿ ਅਸੀਂ ਸਰਪਲਸ ਕਰਕੇ ਦਿੱਤੀ ਹੈ ਸਟੇਟ ਨੂੰ ਬਿਜਲੀ। ਮੈਂ ਤਿੰਨਾਂ ਚਾਰੇ ਸਵਾਲਾਂ ਦਾ, ਜਿਵੇਂ ਲੇਟ ਕਾਂਗਰਸ ਦੀ ਗੱਲ ਹੋਈ ਹੈ, ਅਸੀਂ ਫਿਰ ਵੀ ਐਫਰਟਸ ਕਰ ਰਹੇ ਹਾਂ। ਦੇਖੋ, ਮੈਂ ਇਸ ਗੱਲ ਦੀ ਪੋਸ਼ੀਦਗੀ ਕਰੂੰਗਾ ਕਿ ਇਹ ਸਰਦਾਰ ਭਗਵੰਤ ਸਿੰਘ ਮਾਨ ਹੀ ਸੀਗੇ ਜਿਨ੍ਹਾਂ ਨੇ 40 ਸਾਲ ਬੰਦ ਪਈ ਪਖਵਾੜਾ ਦੀ ਜਿਹੜੀ ਝਾਰਖੰਡ ਦੀ ਮਿਲ ਸੀਗੀ ਉਹ ਚਲਵਾਈ
ਉੱਥੇ ਜਾ ਕੇ ਉਸ ਤੇ ਕੰਮ ਕੀਤਾ ਤੇ ਪੰਜਾਬ ਦੇ ਅੰਦਰ ਜਿਹੜਾ ਪਹਿਲਾਂ ਤਾਂ ਅਸੀਂ ਸੁਣਦੇ ਸੀਗੇ ਕਿ ਕੋਇਲੇ ਦਾ ਕ੍ਰਾਈਸਿਸ ਹੈ ਜੀ, ਇਹ 2 ਦਿਨ ਦਾ ਕੋਇਲਾ ਰਹਿ ਗਿਆ ਪੰਜਾਬ ਦੇ ਕੋਲ, 3 ਦਿਨ ਦਾ ਕੋਇਲਾ ਰਹਿ ਗਿਆ ਪੰਜਾਬ ਥਰਮਲਸ ਦੇ ਕੋਲ, 24 ਘੰਟਿਆਂ ਦਾ ਕੋਇਲਾ। ਅੱਜ ਘੱਟੋ ਘੱਟ ਪੰਜਾਬ ਦੇ ਵਿੱਚ ਕੋਇਲੇ ਦਾ ਕ੍ਰਾਈਸਿਸ ਕੋਈ ਨਹੀਂ ਹੈਗਾ। ਇਹ ਤਾਂ ਚਲੋ ਪੀਕ ਸੀਜ਼ਨ ਹੈ, ਮੈਂ ਤਾਂ ਗੱਲ ਕਰ ਰਿਹਾ। ਗੌਰਵ ਜੀ, ਤੁਸੀਂ ਕਿੰਨੀਆਂ ਡਿਬੇਟਸ ਕੀਤੀਆਂ ਹੋਣੀਆਂ ਦਸੰਬਰ ਨਵੰਬਰ ਦੇ ਵਿੱਚ ਵੀ ਕਿ 2 ਦਿਨ ਦਾ ਕੋਇਲਾ ਪੰਜਾਬ 'ਚ ਰਹਿ ਗਿਆ, ਨਾਭਾ ਥਰਮਲ ਪਲਾਂਟ ਰਾਜਪੁਰਾ ਵਾਲਾ 24 ਘੰਟੇ ਦਾ ਕੋਇਲਾ ਰਹਿ ਗਿਆ। ਉਹ ਕੋਇਲੇ ਦੀ ਸਮੱਸਿਆ ਜੇ ਪੰਜਾਬ ਦੇ ਵਿੱਚ ਕਿਸੇ ਨੇ ਨਜਿੱਠੀ ਹੈ ਤਾਂ ਉਹ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ। ਤੇ ਜਿਹੜਾ ਜਸਕਰਨ ਕਾਹਲੋਂ ਜੀ ਕਹਿ ਰਹੇ ਸੀਗੇ ਲੇਟ ਕਰ ਦਿੱਤਾ, ਜਨਾਬ ਤੁਹਾਡੇ ਆਪਣੀ ਸਰਕਾਰ ਦੇ ਖਿਲਾਫ ਜਦੋਂ ਕੈਪਟਨ ਸਾਹਿਬ ਹੁੰਦੇ ਸੀਗੇ, ਸਿੱਧੂ ਸਾਹਿਬ ਨੇ ਐਡੀ ਵੱਡੀ ਐਜੀਟੇਸ਼ਨ ਕੀਤੀ ਸੀਗੀ, ਐਡਾ ਰੌਲਾ ਪਾਇਆ ਸੀਗਾ ਤੇ ਬਾਅਦ 'ਚ ਇਹ ਪਤਾ ਲੱਗਿਆ ਸੀਗਾ ਕਿ 8 ਲੱਖ ਰੁਪਏ ਦਾ ਬਿੱਲ ਪੰਜਾਬ ਸਰਕਾਰ, ਪੰਜਾਬ PSPCL ਦਾ ਨਵਜੋਤ ਸਿੰਘ ਸਿੱਧੂ ਜੀ ਦਾ ਖੜਾ। ਐਡਾ ਰੌਲਾ ਪਾਉਂਦੇ ਰਹੇ ਚੰਨੀ ਸਾਹਿਬ ਕੋਇਲੇ ਦੇ ਉੱਪਰ। ਉਹ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਦੀ ਮਾਨ ਦੀ ਅਗਵਾਈ ਦੇ ਵਿੱਚ ਆ ਕੇ ਪੂਰਾ ਹੋਇਆ ਤੇ ਇਹਦੇ ਉੱਪਰ ਵੀ ਪ੍ਰੀਕਾਸ਼ਨਰੀ ਮੈਜਰਸ ਲੈਂਦੇ ਹੋਏ ਸਰਦਾਰ ਭਗਵੰਤ ਸਿੰਘ ਦੀ ਮਾਨ ਨੇ ਸਵੇਰੇ 7:30 ਵਜੇ ਤੋਂ ਲੈ ਕੇ 2 ਵਜੇ ਤੱਕ ਦੀ ਜਿਹੜੀ ਗੱਲ ਕੀਤੀ ਸੀ ਉਹ ਇਸੇ ਕਰਕੇ ਕੀਤੀ ਸੀਗੀ ਕਿ ਪੀਕ ਆਵਰਸ ਦੇ ਵਿੱਚ ਮੈਂ ਡਿਬੇਟ ਤੇ ਆਉਂਗਾ, ਮੈਂ ਪੁਆਇੰਟ ਸਿੱਧੇ ਕਿਉਂਕਿ ਬਹੁਤ ਇੰਪੋਰਟੈਂਟ ਪੁਆਇੰਟ ਹੈ ਔਰ ਡਿਬੇਟ ਜ਼ਰੂਰੀ। ਲਾਸਟ ਪੁਆਇੰਟ ਲੈ ਲਓ ਜਿਹੜਾ ਧਾਰਨੀ ਜੀ ਤੁਹਾਡੇ ਹੀ ਲੈਣੇ ਆ ਸਾਰੇ, ਤੁਸੀਂ ਗੱਲ ਰੱਖ ਲਓ ਆਪਣੀ। ਮੈਂ ਉਹੀ ਕਹਿ ਰਿਹਾ ਕਿ ਪੋਲੀਟੀਕਲ ਟਿੱਪਣੀਆਂ ਤੋਂ ਜ਼ਿਆਦਾ ਜੇ ਲੋਕਾਂ ਤੱਕ ਗੱਲ ਪਹੁੰਚ ਜਾਵੇ ਜ਼ਿਆਦਾ ਬੈਟਰ ਹੈ। ਮੈਂ ਬਾਕੀ ਮਹਿਮਾਨਾਂ ਨੂੰ ਵੀ ਸੇਮ ਰਿਕੁਐਸਟ ਕਰਾਂਗਾ। ਧਾਰਨੀ ਜੀ ਇੱਕ ਗੱਲ ਕਹਿੰਦੇ ਆ ਕਿ ਅਸੀਂ ਸਟੇਟ ਸਰਪਲਸ ਕਰਕੇ ਦਿੱਤੀ ਸਟੇਟ ਦੀ ਟੋਟਲ ਜਿਹੜੀ ਪ੍ਰੋਡਕਸ਼ਨ ਹੈਗੀ ਹੈ ਉਹ 13,843 ਮੈਗਾਵਾਟ ਹੈ, ਜਿਸ ਦੇ ਵਿੱਚ ਪ੍ਰਾਈਵੇਟ ਥਰਮਲ ਜਿਹੜੇ ਕਹਿੰਦੇ ਉਹ ਤਾਂ 3920 ਮੈਗਾਵਾਟ ਹੀ ਹੈ। ਉਸ ਤੋਂ ਇਲਾਵਾ ਸਾਡਾ ਜਿਹੜੇ ਸਰਕਾਰੀ ਥਰਮਲ ਹੈ 1760 ਮੈਗਾਵਾਟ ਉਹ ਦਿੰਦੇ ਨੇ। ਵਿੰਡ એનર્ਜੀ ਤੋਂ ਸਾਡੇ ਕੋਲ 1015 ਮੈਗਾਵਾਟ ਆਉਂਦੀ ਹੈ। ਪੈਡਾ ਜਿਹੜੀ ਹੈਗੀ ਹੈ, ਜਿਹੜੀ ਰੀਯੂਜ਼ੇਬਲ એનર્ਜੀ ਦੀ ਗੱਲ ਜੈਕ ਵੰਸ ਜੀ ਕਰ ਰਹੇ ਸੀਗੇ, 12,2500 ਮੈਗਾਵਾਟ ਸਾਨੂੰ ਉਹ ਦਿੰਦੀ ਹੈ। ਜਿਹੜੇ ਸਾਡੇ ਸੈਂਟਰਲ ਪ੍ਰੋਜੈਕਟਸ ਨੇਗੇ, ਹਾਈਡਰਲ ਪ੍ਰੋਜੈਕਟ ਤੇ ਸੈਂਟਰਲ ਥਰਮਲ ਪ੍ਰੋਜੈਕਟਸ ਨੇਗੇ, ਉਸ ਤੋਂ ਸਾਨੂੰ 6000 ਮੈਗਾਵਾਟ ਦੇ ਕਰੀਬ ਜਿਹੜੀ ਬਿਜਲੀ ਆਉਂਦੀ ਹੈ। ਭਾਖੜਾ ਤੋਂ ਸਾਨੂੰ 1033 ਮੈਗਾਵਾਟ ਦੇ। ਠੀਕ ਹੈ, ਸਮਝਦੇ ਗੱਲ ਨੂੰ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਧਾਰਨੀ ਜੀ ਕਹਿੰਦੇ ਆ ਕਿ ਅਕਾਲੀ ਦਲ ਨੇ ਸਾਨੂੰ ਸਰਪਲਸ ਕਰਕੇ ਦੇਤਿਆ 2 ਥਰਮਲ ਪਲਾਂਟ ਜਿਹੜੇ ਪ੍ਰਾਈਵੇਟ ਲਾ ਕੇ। ਠੀਕ ਹੈ, ਮਤਲਬ ਸਰਪਲਸ ਨਹੀਂ ਸੀ ਉਸ ਟਾਈਮ ਵੀ, ਤੁਸੀਂ ਇਹ ਕਹਿ ਰਹੇ ਹੋ। ਚਲੋ ਠੀਕ ਹੈ, ਉਹਨਾਂ ਦਾ ਇੱਕ ਹੋਰ ਛੋਟਾ ਜਿਹਾ ਸਵਾਲ ਮੈਂ ਧਾਰਨੀ ਸਾਹਿਬ ਤੋਂ ਰਿਐਕਸ਼ਨ ਲੈ ਲੈਣਾ। ਉਹ ਕਹਿੰਦੇ ਕਿ ਤੁਸੀਂ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਨੇ ਉਹਨਾਂ ਨੂੰ ਲੈ ਕੇ ਬਹੁਤ ਟਿੱਪਣੀਆਂ ਕੀਤੀਆਂ ਸੀ ਕਿ ਹੁਣ ਉਹਨਾਂ ਦੀ ਜ਼ਰੂਰਤ ਨਹੀਂ ਹੈ। ਰਵਿੰਦਰ ਜੀ, ਨਹੀਂ, ਜ਼ਰੂਰਤ ਬਿਲਕੁਲ ਹੈ। ਅਸੀਂ ਹੁਣ 31 ਮਾਰਚ 2021 ਤੱਕ 18,850 ਕਰੋੜ ਰੁਪਈਆ ਉਹਨਾਂ ਪਾਵਰ ਪਰਚੇਜ਼ ਐਗਰੀਮੈਂਟਸ ਦੇ ਥਰੂ ਦੇ ਚੁੱਕੇ ਹਾਂ, ਜਿਹਦੇ ਤੋਂ 4900 ਕਰੋੜ ਰੁਪਈਆ ਤਾਂ ਅਸੀਂ 5900 ਕਰੋੜ ਰੁਪਈਸ ਤਾਂ ਅਸੀਂ ਉਹ ਦਿੱਤੇ हैं ਜਦੋਂ ਅਸੀਂ ਬਿਜਲੀ ਯੂਜ਼ ਹੀ ਨਹੀਂ ਕੀਤੀ। ਉਹਨਾਂ ਦੇ ਉੱਪਰ ਬਹੁਤ ਵੱਡੇ ਸਵਾਲੀਆ ਨਿਸ਼ਾਨ ਹੈ। ਮਤਲਬ ਕੰਮ ਕੀਤਾ ਜਾ ਰਿਹਾ, ਉਹਨਾਂ ਦੇ ਉੱਪਰ ਕੰਮ ਕੀਤਾ ਜਾ ਰਿਹਾ। ਪਰ ਜਿਹੜੀ ਧਾਰਨੀ ਸਾਹਿਬ ਗੱਲ ਕਹਿੰਦੇ ਆ ਕਿ ਅਸੀਂ ਸਟੇਟ ਧਾਰਨੀ ਸਾਹਿਬ ਦਾ ਛੋਟਾ ਜਿਹਾ ਕਮੈਂਟ, ਮੈਂ ਕਾਲੂ ਸਾਹਿਬ ਤੁਹਾਡੇ ਕੋਲ ਆ ਰਿਹਾ। ਧਾਰਨੀ ਜੀ, ਸਰਪਲਸ ਤੁਸੀਂ ਕਰ ਰਹੇ ਸੀ, ਕਹਿੰਦੇ ਸਾਨੂੰ ਭਰੋਸਾ ਨਹੀਂ ਉਸ ਗੱਲ ਦੇ ਉੱਤੇ। ਉਹਨਾਂ ਨੂੰ ਲੱਗਦਾ ਕਿ ਨਹੀਂ, ਨਾ ਸਰਪਲਸ ਸੀ, ਮੌਜੂਦਾ ਸਮੇਂ ਦੇ ਵਿੱਚ ਸਰਕਾਰ ਨੂੰ ਜਾਂ ਪੰਜਾਬ ਨੂੰ ਹੋਰ ਬਿਜਲੀ ਦੀ ਜ਼ਰੂਰਤ ਹੈ, ਇਸ ਕਰਕੇ ਅਸੀਂ ਸੈਂਟਰ ਕੋਲ ਜਾ ਰਹੇ ਹਾਂ। ਗੌਰਵ ਜੀ ਦੇਖੋ, 2017 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੈ ਜਿਹੜੀ ਉਹ ਖਤਮ ਹੋਈ ਹੈ ਜੀ। ਉਸ ਤੋਂ ਬਾਅਦ 5 ਸਾਲ ਜਿਹੜੀ ਹੈਗੀ ਹੈ ਕਾਂਗਰਸ ਦੀ ਸਰਕਾਰ ਰਹੀ ਹੈ। ਦੇਖੋ, ਬਿਜਲੀ ਸਪਲਾਈ ਡਿਮਾਂਡ ਜਿਹੜੀ ਹੈਗੀ ਹੈ ਨਾ, ਉਹ ਹਰ ਸਾਲ ਵੱਧਦੀ ਹੈਗੀ ਹੈ ਔਰ ਹਰ ਸਾਲ ਹੀ ਸਾਨੂੰ ਜਿਹੜਾ ਹੈਗਾ ਉਹਦੇ ਲਈ ਬਕਾਇਦਾ ਪ੍ਰਬੰਧ ਕਰਨੇ ਪੈਣਗੇ। ਔਰ ਸ਼੍ਰੋਮਣੀ ਅਕਾਲੀ ਦਲ ਦੇਖੋ, ਸਾਡੇ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਪਹਿਲੇ ਦਿਨ ਤੋਂ ਇਹ ਮਤਲਬ ਸੀ, ਸੋਚਦੇ ਸੀ ਉਹ ਕਿ ਸਟੇਟ ਜਿਹੜੀ ਹੈਗੀ ਆ ਇਸ ਦੇ ਨਾਲ ਕੋਈ ਨੈਚੁਰਲ ਰਿਸੋਰਸਿਸ ਤਾਂ ਉਰੇ ਹੈ ਨਹੀਂ, ਜਿਹਦੇ ਨਾਲ ਲੋਹਾ ਉਰੇ ਨਹੀਂ, ਕੋਈ ਖਾਣਾ ਉਰੇ ਨਹੀਂ, ਕੋਈ ਹੋਰ ਜਿਹੜਾ ਹੈਗਾ ਆਪਣਾ ਸਮੁੰਦਰ ਇੱਥੇ ਨਹੀਂ ਕੋਈ ਲੱਗਦਾ। ਸਭ ਤੋਂ ਵੱਡੀ ਲੋੜ ਹੈਗੀ ਆ ਕਿ ਜੇ ਪੰਜਾਬ ਦੇ ਵਿੱਚ ਇੰਡਸਟਰੀ ਚਲਾਉਣੀ ਹੈਗੀ ਆ, ਪੰਜਾਬ ਦੇ ਵਿੱਚ ਇੰਡਸਟਰੀ ਨੂੰ ਬੁਲਾਉਣਾ ਹੈਗਾ, ਤਾਂ ਸਭ ਤੋਂ ਪਹਿਲਾਂ ਸਾਨੂੰ ਜਿਹੜਾ ਹੈਗਾ ਪਾਵਰ ਸਪਲਾਈ ਸਰਪਲਸ ਕਰਨੀ ਪਊਗੀ। ਮੈਂ ਉਹੀ ਪੁੱਛਦਾ, ਮੇਰਾ ਕੁਐਸਚਨ ਹੈਗਾ ਕਿ ਕਾਂਗਰਸ ਨੇ 5 ਸਾਲਾਂ ਦੇ ਵਿੱਚ 1 ਮੈਗਾਵਾਟ ਜੇ ਬਿਜਲੀ ਵਧਾਈ ਹੈ, ਜੇ ਕੋਈ ਲਾਇਆ ਹੈਗਾ, ਤਾਂ ਇਹ ਦੱਸਣ। ਇਹ 2.5 ਸਾਲ ਇਹਨਾਂ ਨੂੰ ਹੋ ਚੱਲਿਆ, ਇਹਨਾਂ ਨੇ ਉਹਦੇ ਲਈ ਕੀ ਕੀਤਾ? ਅੱਜ ਦੀ ਇੱਕ ਚਿੱਠੀ ਤੋਂ ਬਿਨਾਂ ਇਹ ਦੱਸਣ ਕਿ ਇਹਨਾਂ ਨੇ ਕੀਤਾ ਕੀ ਹੈਗਾ। ਕਾਲੋ ਸਾਹਿਬ, ਠੀਕ ਹੈ, ਜਵਾਬ ਲੈ ਲਿਆ। ਕਾਲੋ ਸਾਹਿਬ, ਤੁਸੀਂ ਕੁਝ ਕਹਿਣਾ ਵਿਚਾਰ ਰਹੇ ਹੋ? ਸਵਾਲ ਇਹ ਵੀ ਹੈ ਕਿ ਤੁਸੀਂ ਸਵਾਲ ਚੁੱਕ ਰਹੇ ਹੋ, ਪਰ ਤੁਹਾਡੇ ਉੱਤੇ ਇਲਜ਼ਾਮ ਹੈ ਕਿ ਤੁਸੀਂ ਕਾਂਗਰਸ ਦੀ ਸਰਕਾਰ ਦੇ ਸਮੇਂ ਜਿਹੜੀ ਪ੍ਰੋਡਕਸ਼ਨ ਦੇ ਉੱਤੇ ਤਾਂ ਕੋਈ ਫੋਕਸ ਨਹੀਂ ਕੀਤਾ। ਅਕਾਲੀ ਦਲ ਐਲੀਗੇਸ਼ਨਸ ਲਗਾ ਰਿਹਾ ਹੈ ਕਿ ਤੁਸੀਂ 5 ਸਾਲ ਰਹੇ ਪਰ ਤੁਸੀਂ ਨਵੀਂ ਜਨਰੇਸ਼ਨ ਵਾਸਤੇ ਕੀ ਪ੍ਰੋਡਕਸ਼ਨ ਵਧੇ ਉਸ ਦੇ ਲਈ ਤਾਂ ਕੁਝ ਨਹੀਂ ਕੀਤਾ।
ਦੇਖੋ ਗੱਲ ਇਦਾਂ ਹੈ, ਵੈਸੇ ਮੁੱਦਾ ਗੰਭੀਰ ਸੀ, ਮੈਂ ਇਹਦੀ ਸੰਜੀਦਗੀ ਨੂੰ ਬਰਕਰਾਰ ਰੱਖਣਾ ਚਾਹੁੰਦਾ ਸੀ, ਪਰ ਚਲੋ ਧਾਰਮੀ ਸਾਹਿਬ ਨੇ ਸਰਪਲਸ ਵਾਲੀ ਗੱਲ ਛੇੜ ਹੀ ਲਈ ਹੈ ਤੇ ਇਹਨਾਂ ਨੂੰ ਦੱਸ ਦੇਣਾ ਕਿ ਸ਼ਾਇਦ ਇਹਨਾਂ ਨੂੰ ਬਿਆਨ ਯਾਦ ਹੋਵੇ, ਇਹਨਾਂ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਸੀਗੇ ਕਿ ਇੰਨੀ ਸਰਪਲਸ ਹੈ ਕਿ ਅਸੀਂ ਪਾਕਿਸਤਾਨ ਨੂੰ ਦੇ ਦਿਆਂਗੇ ਬਿਜਲੀ। ਭਾਈ ਪਾਕਿਸਤਾਨ ਨੂੰ ਤਾਂ ਰਹਿਣ ਦਿਓ, ਪੰਜਾਬ ਨੂੰ ਹੀ ਉਦੋਂ ਪੂਰੀ ਕਰ ਦਿੰਦੇ ਆਪਣੇ ਸਮੇਂ 'ਚ, ਬੜੀ ਵੱਡੀ ਗੱਲ ਸੀਗੀ। ਧਾਰਮੀ ਸਾਹਿਬ ਕੋਈ ਭੁੱਲਿਆ ਨਹੀਂ ਤੁਹਾਡੇ 10 ਸਾਲ ਕੇ 10 ਸਾਲ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈ ਉਹ ਬਿਜਲੀ ਦੇ ਜਿਹੜੇ ਆ ਸੰਕਟ ਆਉਂਦੇ ਰਹੇ ਨੇ। ਆ ਜਾਈਏ ਹੁਣ ਮੇਨ ਮੁੱਦੇ ਦੀ ਗੱਲ ਦੇ ਉੱਤੇ। ਜਿੱਦਾਂ ਰਾਜਪੁਰਾ ਸਾਹਿਬ ਰਵਿੰਦਰ ਜੀ ਕਹਿ ਰਹੇ ਨੇ ਕਿ ਇਹਨਾਂ ਨੇ ਉਹ ਜਿਹੜਾ ਕ੍ਰੈਡਿਟ ਲੈ ਰਹੇ ਨੇ ਮਾਨ ਸਾਹਿਬ ਦੇ ਨਾਮ ਦੇ ਉੱਤੇ ਬਾਰ-ਬਾਰ ਕੇ ਜਿਹੜੀ ਉੱਥੇ ਉੜੀਸਾ ਵਾਲੀ ਖਾਨ ਸੀਗੀ। ਰਵਿੰਦਰ ਜੀ ਤੁਸੀਂ ਤਾਂ ਐਡਵੋਕੇਟ ਹੋ ਔਰ ਤੁਸੀਂ ਜ਼ਰੂਰ ਇਸ ਤਕਨੀਕੀ, ਕਿਉਂਕਿ ਇਹ ਜਿਹੜਾ ਹੈ ਨਾ ਇਹ ਕਾਨੂੰਨ ਦਾ ਵਿਸ਼ਾ ਸੀ। ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਜਿਹੜਾ ਉਹ ਪੈਂਡਿੰਗ ਸੀ ਔਰ ਐਨਜੀਟੀ ਦੇ ਵਿੱਚ ਇਹ ਪੈਂਡਿੰਗ ਸੀ। ਇਹ ਫੈਸਲਾ ਜਦੋਂ ਆਇਆ, ਇਹ ਫੈਸਲਾ ਤੁਹਾਡੀ ਸਰਕਾਰ ਵੇਲੇ ਨਹੀਂ ਆਇਆ, ਜਦੋਂ 2020-21 ਦੇ ਵਿੱਚ ਇਹ ਫੈਸਲਾ ਆਇਆ ਔਰ ਇਹ ਫੈਸਲੇ ਜਦੋਂ ਆਉਂਦੇ ਹੁੰਦੇ ਨੇ ਤੁਸੀਂ ਵੀ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਹੋ, ਇੱਕਦਮ ਉਹ ਫੈਸਲੇ ਲਾਗੂ ਨਹੀਂ ਹੋ ਜਾਇਆ ਕਰਦੇ। ਉਹ ਤੁਹਾਡੀ ਕਿਸਮਤ ਇੰਨੀ ਚੰਗੀ ਸੀ ਕਿ ਉਹ ਫੈਸਲਾ ਜਦੋਂ ਲਾਗੂ ਹੋਇਆ ਉਦੋਂ ਤੁਹਾਡੀ ਸਰਕਾਰ ਬਣ ਗਈ। ਸੋ ਉੜੀਸਾ ਵਾਲਾ ਇਹ ਕ੍ਰੈਡਿਟ ਲੈਣਾ ਬੰਦ ਕਰ ਦਿਓ। ਪਹਿਲੀ ਬਾ ਕਮਾਲ ਗੱਲ ਹੈ, ਇਹ ਬਾ ਕਮਾਲ ਗੱਲ ਹੈ। ਨਹੀਂ ਜੇ ਅਸੀਂ ਕੰਮ ਕਰੀਏ ਤਾਂ ਸਾਡੀ ਕਿਸਮਤ ਚੰਗੀ ਹੈ। ਇਹ ਕਾਲੂ ਸਾਹਿਬ ਦੇਖੋ ਇਹ ਨਾ ਹੀ ਕੀ ਕਰਕੇ ਲੋਕਾਂ ਤੱਕ ਗੱਲ ਪਹੁੰਚ ਜਾਏ। ਬੇਨਤੀ ਹੈ ਇਹ ਇਤਿਹਾਸ ਬੋਲਦਾ ਹੈ ਔਰ ਤੁਸੀਂ ਰਿਕਾਰਡ ਕੱਟ ਕੇ ਵੇਖ ਲਿਓ। ਗੌਰਵ ਚਾਹੇ ਕੱਲ ਨੂੰ ਦੁਬਾਰਾ ਇਹਦੇ ਤੇ ਡਿਬੇਟ ਰੱਖ ਲਿਓ, ਉੜੀਸਾ ਵਾਲੀ ਜਿਹੜੀ ਖਾਨ ਹੈ ਇਹ ਤੇ ਦੁਬਾਰਾ ਡਿਬੇਟ ਰੱਖ ਲਿਓ। ਮੈਂ ਵਿਦ ਡਾਕੂਮੈਂਟਸ ਆਉਂਗਾ। ਰਵਿੰਦਰ ਜੀ ਤੁਸੀਂ ਵੀ ਡਾਕੂਮੈਂਟਸ ਦੇ ਨਾਲ ਆਇਓ। ਹੁਣ ਆ ਜਾਈਏ ਆਪਾਂ ਮੌਜੂਦਾ ਗੱਲ ਦੇ ਉੱਤੇ। ਇੱਕ ਗੱਲ ਬਹੁਤ ਮੈਂ ਖੁੱਲੇ ਤੌਰ ਦੇ ਉੱਤੇ ਕਹਿ ਦੇਣਾ ਚਾਹੁੰਦਾ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਸਮੇਂ ਚਿੱਠੀ ਲਿਖ ਕੇ ਸਿਰਫ ਔਰ ਸਿਰਫ ਰਾਜਨੀਤੀ ਕਰ ਰਹੇ ਨੇ, ਹੋਰ ਕੁਛ ਨਹੀਂ। ਉਹਦਾ ਕਾਰਨ ਕੀ ਹੈ? ਜਿੰਨੇ ਕ 1000 ਮੈਗਾਵਾਟ ਰਵਿੰਦਰ ਜੀ ਨੇ ਗਣਾਤੇ ਆ ਨਾ, ਮੇਰੇ ਖਿਆਲ ਨਾਲ ਉਹ ਤਾਂ 40-50 ਹਜ਼ਾਰ ਮੈਗਾਵਾਟ ਬਣ ਜਾਂਦੇ ਨੇ। ਜੇ ਮੈਂ 1 ਬਾਈ 1 ਗਿਣਾਉਣੇ ਸ਼ੁਰੂ ਕਰਾਂ ਤੇ ਕੋਈ ਵੀ ਸਾਡਾ ਪ੍ਰੋਡਕਸ਼ਨ ਜਿਹੜੀ ਹੈ, ਤੁਹਾਨੂੰ ਲੱਗਦਾ ਕਿ ਚਿੱਠੀ ਤੁਹਾਨੂੰ ਲੱਗਦਾ ਕਿ ਨਹੀਂ ਲਿਖਣ ਦੀ ਜ਼ਰੂਰਤ ਸੀ? ਚਿੱਠੀ ਦੇਖੋ, ਚਿੱਠੀ ਲਿਖਣ ਦੀ ਗੱਲ ਹੈ, ਉਹ ਗੱਲ ਇਹ ਹੈ ਕਿ ਜੇ ਲਿਖਣੀ ਵੀ ਸੀ, ਜੇ ਚਿੱਠੀ ਲਿਖਣੀ ਵੀ ਸੀ ਤੇ ਬਹੁਤ ਸਮਾਂ ਪਹਿਲਾਂ ਲਿਖਣੀ ਚਾਹੀਦੀ ਸੀ। ਇਹਨਾਂ ਕੋਲ ਕੀ ਮੰਨ ਲਓ ਜੇ ਕੇਂਦਰ ਦੇ ਵੀ ਦਿੰਦਾ ਹੈ, ਜੇ ਇਹਨਾਂ ਨੂੰ ਕੇਂਦਰ ਬਿਜਲੀ ਦੇ ਵੀ ਦਿੰਦਾ ਹੈ, ਕੀ ਇਹਨਾਂ ਕੋਲ ਉਸ ਬਿਜਲੀ ਨੂੰ ਲੈ ਕੇ ਅੱਗੇ ਡਿਸਟ੍ਰੀਬਿਊਟ ਕਰਨ ਦਾ ਸਿਸਟਮ ਹੈ? ਥੋੜੇ ਦਿਨ ਪਹਿਲਾਂ ਇੱਕ ਚਿੱਠੀ ਜਨਤਕ ਹੋਈ ਸੀ, ਜਿਹੜੇ ਇਹਨਾਂ ਦੇ ਪੀਐਸਪੀਸੀਐਲ ਦੇ ਜਿਹੜੇ ਇੱਕ ਐਸੋਸੀਏਸ਼ਨ ਬਣੀ ਹੋਈ ਹੈ, ਉਹਦੇ ਪ੍ਰਧਾਨ ਔਰ ਉਹਦੇ ਜਿਹੜੇ ਜਨਰਲ ਸਕੱਤਰ ਸੀ, ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ। ਉਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਸੀਗਾ ਕਿ ਸਾਡੇ ਕੋਲ ਟਰਾਂਸਮਿਸ਼ਨ ਦੇ ਪ੍ਰਬੰਧ ਠੀਕ ਨਹੀਂ, ਸਾਡੇ ਕੋਲ ਜਿਹੜੀ ਸਾਡੇ ਕੋਲ ਇੰਨਾ ਬੋਝ ਹੈ ਸਾਡੇ ਜਿਹੜੇ ਅਦਾਰੇ ਦੇ ਉੱਤੇ ਕਿ ਉਹਦਾ ਜਿਹੜਾ ਆਰਥਿਕ ਬੋਝ ਹੈ ਉਹਦੇ ਥੱਲੇ ਦਬਿਆ ਹੋਇਆ ਇਹ ਅਦਾਰਾ ਹੈ ਔਰ ਇਹ ਅਦਾਰਾ ਉੱਠ ਨਹੀਂ ਸਕਦਾ। ਔਰ ਦੂਜੀ ਗੱਲ ਪਾਵਰ ਪਰਚੇਜ਼ ਐਗਰੀਮੈਂਟ ਦੀ, ਦੇਖੋ ਪਾਵਰ ਪਰਚੇਜ਼ ਐਗਰੀਮੈਂਟ ਚ ਹੁਣੇ ਮੰਨ ਕੇ ਹਟੇ ਆ ਰਵਿੰਦਰ ਜੀ ਕਿ 18,000 ਕੁਝ ਕਰੋੜ ਰੁਪਈਆ ਇਹ ਦੇ ਚੁੱਕੇ ਨੇ, ਤੇ ਬਈ ਜੇ ਦੇ ਚੁੱਕੇ ਆ ਤਾਂ ਫਿਰ ਤੁਸੀਂ ਪੀਪੀਏ ਕੈਨਸਲ ਕਰ ਦਿੰਦੇ। ਮੰਨ ਲਓ, ਚਲੋ ਮੈਂ ਜਵਾਬ ਲੈ ਲਵਾਂ, ਠੀਕ ਹੈ ਜਵਾਬ ਲੈ ਲਵਾਂ, ਤੁਹਾਡੇ 3-4 ਪੁਆਇੰਟ ਹੋ ਗਏ। ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਸਾਡੇ ਜਿੱਥੋਂ ਤੱਕ ਇਹਨਾਂ ਨੇ ਬੜੇ ਇੱਕ ਨਿੱਜੀ ਜਿਹੀ ਟਿੱਪਣੀ ਕੀਤੀ ਨਾ ਕੈਪਟਨ ਅਮਰਿੰਦਰ ਤੇ ਨਵਜੋਤ ਸਿੰਘ ਸਿੱਧੂ ਹੁਣਾਂ ਵਾਲੀ ਉਹ ਗੱਲ ਦੇ ਉੱਤੇ ਕਿ 8 ਲੱਖ ਦਾ ਬਿੱਲ, ਦੇਖੋ ਮੈਂ ਉਹਦੇ 'ਚ ਨਹੀਂ ਪੈਣਾ ਚਾਹੁੰਦਾ, ਮੈਂ ਪੰਜਾਬ ਦੀ ਗੱਲ ਕਰੂੰਗਾ। ਅੱਜ ਕੈਪਟਨ ਅਮਰਿੰਦਰ ਸਿੰਘ ਕਿੱਥੇ ਹੈ? ਬੀਜੇਪੀ ਦੀ ਝੋਲੀ ਦੇ ਵਿੱਚ। ਅਸੀਂ ਵੀ ਇਸੇ ਗੱਲ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਕੋਸਦੇ ਰਹੇ ਸਾਂ ਉਹਨਾਂ 5 ਸਾਲਾਂ 'ਚ ਕਿ ਪਾਵਰ ਪਰਚੇਜ਼। ਮੈਂ ਜਵਾਬ ਲੈ ਲਵਾਂ, ਠੀਕ ਹੈ। ਦੇਖੋ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਮੈਂ ਕਿਹਾ ਸੀ ਕਿ ਪੋਲੀਟੀਕਲ ਟਿੱਪਣੀਆਂ ਤਾਂ ਥੋੜਾ ਜਿਹਾ ਆਪਾਂ ਕਿਨਾਰਾ ਕਰ ਲਈਏ ਤਾਂ ਵਧੀਆ ਹੋਏਗਾ। ਰਵਿੰਦਰ ਜੀ ਜਵਾਬ ਦੇ ਦਿਓ, ਮੈਂ ਜੈਬੰਸ਼ ਜੀ ਦਾ ਰੁਖ ਕਰਦਾ। ਬਿਲਕੁਲ, ਪੰਜਾਬੀ ਦੀ ਕਹਾਵਤ ਹੈ, ਗੱਲੀ ਬਾਤੀ ਮੈਂ ਬੜੀ ਤੇ ਕਰਮੋ ਬੜੀ ਦਰਾਣੀ। ਬੜੀ ਕਮਾਲ ਦੀ ਗੱਲ ਹੈ ਕਾਲੂ ਸਾਹਿਬ, ਜੇ ਤਾਂ ਤੁਸੀਂ ਟੀਕਾ ਟਿੱਪਣੀਆਂ ਕਰਨੀਆਂ ਹੁਣ ਤਾਂ ਪੰਜਾਬ ਸਰਕਾਰ ਦਾ ਤੁਸੀਂ 1 ਸਾਲ ਦੀ ਪਰਫਾਰਮੈਂਸ ਨਹੀਂ ਦੇਖਦੇ, ਪੰਜਾਬ ਸਰਕਾਰ ਨੂੰ ਇਹ ਨਹੀਂ ਦੇਖਦੇ ਕਿ ਸਿਰਫ 1 ਸਾਲ ਦੇ ਵਿੱਚ ਕੀ ਕੀਤਾ। ਤੇ ਜੇ ਅਸੀਂ ਕੁਝ ਅਚੀਵ ਕਰਦੇ ਹਾਂ ਤਾਂ ਤੁਸੀਂ ਕਹਿੰਦੇ ਕਿ ਤੁਹਾਡੀ ਕਿਸਮਤ ਹੈ, ਤੁਹਾਡਾ ਲੱਕ ਹੈ। ਲੱਕ ਕੁਝ ਨਹੀਂ ਹੁੰਦਾ, ਲੱਕ ਚਿੱਠੀ ਲਿਖਣੀ ਹੁੰਦਾ ਕਾਲੂ ਸਾਹਿਬ, 99% ਜਿਹੜੀ ਸੱਚਾਈ, ਦੇਖੋ ਰਵਿੰਦਰ ਜੀ ਸੱਚਾਈ ਨਹੀਂ ਬਦਲ ਸਕਦੀ, ਤੁਹਾਡੀ ਲਗਨ ਹੁੰਦੀ ਹੈ, ਤੁਹਾਡਾ ਕੰਮ ਕਰਨਾ ਚੱਲਦਾ ਹੁੰਦਾ ਹੈ। 1% ਲੱਕ ਹਮੇਸ਼ਾ ਕੰਮ ਕਰਦਾ ਹੁੰਦਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੇ ਦਿਨ ਤੋਂ ਡੇਟਾ ਮੇਰੇ ਕੋਲ ਵੀ ਬਹੁਤ ਪਿਆ ਕਾਲੂ ਸਾਹਿਬ, ਡੇਟਾ ਲੈ ਕੇ ਅਸੀਂ ਇੱਥੇ ਡਿਬੇਟ ਕਰਦੇ ਹਾਂ। ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਕਿਸਮਤ ਵਾਲੀ ਤੇ ਨਿੱਜੀ ਟਿੱਪਣੀ ਦੀ ਗੱਲ, ਜਦੋਂ ਮਾਨ ਸਾਹਿਬ ਦੇ ਉੱਪਰ ਤੁਹਾਡੇ ਬਾਜਵਾ ਸਾਹਿਬ ਗੱਲ ਕਰਦੇ ਨੇ ਭੰਡ ਵਾਲੀ, ਤਦੋਂ ਨਿੱਜੀ ਟਿੱਪਣੀ ਨਹੀਂ ਹੁੰਦੀ। ਤੇ ਜੇ ਤੁਹਾਡਾ ਨੁਮਾਇੰਦਾ
ਜੇ ਤੁਹਾਡਾ ਨੁਮਾਇੰਦਾ, ਤੁਹਾਡਾ ਇਲੈਕਟਿਡ ਆਦਮੀ, ਤੁਹਾਡਾ ਪਾਰਟੀ ਦਾ ਰਿਪਰੈਜ਼ੈਂਟੇਟਿਵ 9-9 10-10 ਲੱਖ ਰੁਪਏ ਠੀਕ ਹੈ, ਚਲੋ ਮੈਂ ਵਾਪਸ ਡਿਬੇਟ ਦੇ ਉੱਤੇ ਆਉਣਾ, ਨਿੱਜੀ ਟਿੱਪਣੀ ਕਹਿੰਦੇ ਹੋ। ਠੀਕ ਹੈ, ਚਲੋ ਇਹ That ਜਿਹੜੀਆਂ is not ਇਲਜ਼ਾਮ fair। ਤਰਾਸੀਆਂ ਰਵਿੰਦਰ ਜੀ ਔਰ ਕਾਣੋ ਸਾਹਿਬ ਚੱਲਦੀਆਂ ਰਹਿਣਗੀਆਂ। ਰਵਿੰਦਰ ਜੀ ਇੱਕ ਛੋਟਾ ਜਿਹਾ ਸਟੇਟਮੈਂਟ ਦੇ ਦਿਓ, ਮੈਂ ਉਸ ਤੋਂ ਬਾਅਦ ਜੈਬੰਸ਼ ਦਾ ਰੁਖ ਕਰਾਂ। ਜੈਬੰਸ਼ ਦੀ ਨਜ਼ਰ ਦੇ ਨਾਲ ਦੇਖਾਂ ਦੋ ਚੀਜ਼ਾਂ ਜਿਹੜੀਆਂ ਉਹਨਾਂ ਨੇ ਕਮੈਂਟ ਦੇ ਵਿੱਚ ਕਹੀਆਂ। ਇੱਕ ਤਾਂ ਤੁਸੀਂ ਗੇਂਦ ਕੇਂਦਰ ਵਾਲੇ ਪਾਸੇ ਸੁੱਟਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਦੇਖੋ ਅਸੀਂ ਚਿੱਠੀ ਲਿਖੀ, ਬਾਅਦ ਦੇ ਵਿੱਚ ਕਹੋਗੇ ਅਸੀਂ ਚਿੱਠੀ ਲਿਖੀ, ਸੈਂਟਰ ਨੇ ਮਦਦ ਨਹੀਂ ਕੀਤੀ ਤੇ ਇਸ ਕਰਕੇ ਪੰਜਾਬ ਦੇ ਵਿੱਚ ਬਿਜਲੀ ਕ੍ਰਾਈਸਿਸ ਹੈ। ਦੂਜਾ ਪੁਆਇੰਟ ਇਸ ਦੇ ਨਾਲ ਹੀ ਜੁੜਿਆ, ਉਹ ਕਹਿੰਦੇ ਪੰਜਾਬ 'ਚ ਬਿਜਲੀ ਕ੍ਰਾਈਸਿਸ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ। ਦੇਖੋ ਇਸ 'ਚ ਦੋ ਗੱਲਾਂ ਨੇ ਗੌਰਵ ਜੀ। ਪਹਿਲੀ ਗੱਲ ਤਾਂ ਜੇ ਪੰਜਾਬ ਇਸ ਯੂਨੀਅਨ ਆਫ ਸਟੇਟਸ ਆਫ ਇੰਡੀਆ ਦਾ ਜੇ ਮੈਂਬਰ ਹੈ, ਜੇ ਅਸੀਂ ਉਹਨਾਂ ਦੀ ਇੱਕ ਸਟੇਟ ਹੈਗੇ ਆ ਤੇ ਉਹ ਸੈਂਟਰ ਗਵਰਨਮੈਂਟ ਹੈ, ਤੇ ਜੇ ਕੋਈ ਵੀ ਕ੍ਰਾਈਸਿਸ ਸਟੇਟ ਦੇ ਵਿੱਚ ਆਂਦਾ ਹੈ ਤਾਂ ਇਹ ਤਾਂ ਬਟ ਆਬਵੀਅਸ ਗੱਲ ਹੈ, ਬਾਈ ਡਿਫਾਲਟ ਗੱਲ ਹੈ ਕਿ ਅਸੀਂ ਸਟੇਟ ਨੂੰ ਕਹਾਂਗੇ, ਜਿਨ੍ਹਾਂ ਨੂੰ ਸੈਂਟਰ ਗਵਰਨਮੈਂਟ ਨੂੰ ਕਹਾਂਗੇ, ਜਿਨ੍ਹਾਂ ਨੂੰ ਅਸੀਂ ਜੀਐਸਟੀ ਦਾ ਟੈਕਸ ਦਿੰਨੇ ਆ, ਜਿਨ੍ਹਾਂ ਨੂੰ ਅਸੀਂ ਵੈਟ ਦੇ ਰੂਪ ਦੇ ਵਿੱਚ ਆਪਣੇ ਡੀਜ਼ਲ ਪੈਟਰੋਲ ਦੇ ਉੱਪਰ ਰੋਜ਼ ਟੈਕਸ ਦਿੰਨੇ ਆ, ਹੋਰ 3600 ਤਰ੍ਹਾਂ ਦੀਆਂ ਜਿਹੜੀਆਂ ਕਹਿਣ ਨੂੰ ਤਾਂ ਕਿਸੇ ਨੂੰ ਦਿੱਕਤ ਨਹੀਂ ਹੈ, ਵੀ ਕਰਾਂਗੇ, ਅਸੀਂ ਡਿਮਾਂਡ ਵੀ ਕਰਾਂਗੇ, ਹੋਰ ਕਿਹਨੂੰ ਕਿਹਾ ਜਾ ਸਕਦਾ? ਠੀਕ ਹੈ, ਸਾਡੀ ਗਵਰਨਮੈਂਟ ਹੈ ਕਿ ਆਪਾਂ ਡਿਮਾਂਡ ਕਰ ਸਕਦੇ ਹਾਂ, ਪਾਰਟ ਆਫ ਆਰ ਰਾਈਟ। ਤੁਸੀਂ ਕ੍ਰਾਈਸਿਸ ਦੱਸ ਦਿਓ, ਤੁਹਾਨੂੰ ਲੱਗਦਾ ਕਿ ਕ੍ਰਾਈਸਿਸ ਨਹੀਂ ਹੋਏਗਾ? ਜੇ ਮੀਟੀਓਰੋਲੋਜੀਕਲ ਡਿਪਾਰਟਮੈਂਟ ਆਫ ਪੰਜਾਬ ਦੀ ਜੇ ਅਸੀਂ ਤੇ ਸੈਂਟਰ ਗਵਰਨਮੈਂਟ ਦੀ ਵੀ ਜੇ ਅਸੀਂ ਗੱਲ ਦੇਖੀਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੌਨਸੂਨ ਵੀਕ ਹੈ, ਜਿਹਦੇ ਕਰਕੇ ਪੰਜਾਬ ਨੂੰ ਜ਼ਿਆਦਾ ਬਿਜਲੀ ਦੀ ਲੋੜ ਹੈਗੀ ਹੈ। ਇਹ ਤਾਂ ਸਾਹਮਣੇ ਦਿਖ ਰਿਹਾ, ਦੈਟ ਇਜ਼ ਦਾ ਓਨਲੀ ਰੀਜ਼ਨ। ਠੀਕ ਹੈ, ਨਹੀਂ ਪੁਆਇੰਟ ਹੈ ਤੁਹਾਡਾ, ਪਰ ਦੂਜੇ ਪਾਸੇ ਇਹ ਵੀ ਗੱਲ ਹੈ ਕਿ ਜੇ ਹੁਣ ਸੈਂਟਰ ਦੇ ਕੋਲੋਂ ਮਦਦ ਨਹੀਂ ਮਿਲਦੀ ਸੈਂਟਰ ਪੂਲ ਦੇ ਵਿੱਚੋਂ, ਤਾਂ ਫਿਰ ਸਾਡੇ ਕੋਲ ਬਦਲ ਕੀ ਹੈ? ਤੁਸੀਂ ਇਸ ਦੇ ਉੱਪਰ ਜਵਾਬ ਦਿਓ, ਪਰ ਪਹਿਲਾਂ ਇੱਕ ਵਾਰੀ ਜੈਬੰਸ਼ ਦਾ ਰੁਖ ਕਰਦਾ। ਤਾਰਨੀ ਸਾਹਿਬ ਮੈਂ ਤੁਹਾਡੇ ਕੋਲ ਆਵਾਂਗਾ। ਜੈਬੰਸ਼ ਜੀ ਦੇਖੋ, ਪੰਜਾਬ ਦਾ ਹੱਕ ਹੈ ਜਿਵੇਂ ਹੋਰ ਸਟੇਟਸ ਦਾ ਹੱਕ ਹੈ ਕਿ ਅਸੀਂ ਸੈਂਟਰ ਨੂੰ ਜਾ ਕੇ ਕਹੀਏ ਕਿ ਨਹੀਂ ਹੈ ਬਿਜਲੀ, ਦਵੋ ਸਾਨੂੰ ਸੈਂਟਰ ਪੂਲ ਦੇ ਵਿੱਚੋਂ। ਇਸ ਦੇ ਉੱਤੇ ਕਿੰਤੂ ਪਰੰਤੂ ਕਿਉਂ? ਹਾਂਜੀ ਗੌਰਵ ਜੀ, ਬਹੁਤ ਅੱਛਾ ਸਵਾਲ ਹੈ। ਦੇਖੋ ਪਹਿਲੀ ਗੱਲ, ਜਦੋਂ ਸੈਂਟਰ ਸਟੇਟ ਰਿਲੇਸ਼ਨਸ ਦੀ ਗੱਲ ਆਉਂਦੀ ਹੈ ਤੇ ਸੈਂਟਰਲ ਗਵਰਨਮੈਂਟ ਦੀ, ਯੂਨੀਅਨ ਗਵਰਨਮੈਂਟ ਦੀ ਇਹ ਪਾਲਿਸੀ ਹੈ ਕਿ ਹਰ ਸਟੇਟ ਨੂੰ ਰਾਜਨੀਤੀ ਕੋਲੋਂ ਉੱਤੇ ਵੱਧ ਕੇ ਤੇ ਦੇਖਣਾ ਹੈ, ਤੇ ਐਸਪੈਸ਼ਲੀ ਜਿਹੜੀਆਂ ਸਟੇਟਸ ਦੇ ਵਿੱਚ ਆਪੋਜੀਸ਼ਨ ਦੀਆਂ ਗਵਰਨਮੈਂਟਸ ਨੇ, ਉਹਨਾਂ ਸਟੇਟਸ ਨੂੰ ਯੂਨੀਅਨ ਗਵਰਨਮੈਂਟ ਜ਼ਿਆਦਾ ਪ੍ਰੈਫਰੈਂਸ ਦਿੰਦੀ ਹੈ ਰਾਦਰ ਦੈਨ ਦੀ ਅਦਰ ਸਾਈਡ। ਪਰ ਜੋ ਧਰਨੀ ਜੀ ਨੇ ਕਿਹਾ ਸੀਗਾ, ਇਹ ਲੋਕ ਰਿਲੇਸ਼ਨਸ਼ਿਪ ਹੀ ਨਹੀਂ ਮੇਨਟੇਨ ਕਰਨਾ ਚਾਹੁੰਦੇ, ਚਿੱਠੀ ਲਿਖ ਕੇ ਤੇ ਉਹਦੇ ਨਾਲ ਰਾਜਨੀਤੀ ਕਰਨੀ ਸ਼ੁਰੂ ਕਰ ਦਿੰਦੇ।